ਵਾਹਿਗੁਰੂ ਸਾਹਿਬ ਜੀਓ। ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ। ਮੁੱਲ ਨਾ ਪਾਇਆ ਜਾਏ ਕਿਸੈ ਵਿਟੋਂ, ਰਹੇ ਲੋਕ ਵਿਲ ਲਾਏ। ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ। ਮੁੱਲ ਨਾ ਪਾਇਆ ਜਾਏ ਕਿਸੈ ਵਿਟੋਂ, ਰਹੇ ਲੋਕ ਵਿਲ ਲਾਏ। ਐਸਾ ਸਤਿਗੁਰ ਜੇ ਮਿਲੈ, ਤਿਸਨੂੰ ਸਿਰ ਸੌਂਪੀਐ। ਵਿੱਚੋਂ ਆਪ ਜਾਏ। ਜਿਸ ਦਾ ਜੀਉ ਤਿਸ ਮਿਲ ਰਹੈ, ਹਰ ਵਸੈ ਮਨ ਆਏ। ਹਰ ਆਪ ਅਮੁੱਲਕ ਹੈ, ਭਾਗ ਤਿਨਾ ਕੇ ਨਾਨਕਾ। ਜਿਨ ਹਰ ਪੱਲੇ ਪਾਏ। ਜਿਸ ਦਾ ਜੀਉ ਤਿਸ ਮਿਲ ਰਹੈ, ਹਰ ਵਸੈ ਮਨ ਆਏ। ਹਰ ਆਪ ਅਮੁੱਲਕ ਹੈ, ਭਾਗ ਤਿਨਾ ਕੇ ਨਾਨਕਾ। ਜਿਨ ਹਰ ਪੱਲੇ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਸਤਿਗੁਰੂ ਗੁਰਗੱਦੀ ਤੇ ਸੁਭਾਏਮਾਨ, ਗਰੀਬ ਨਵਾਜ ਦਸਾਂ ਪਾਤਸ਼ਾਹੀਆਂ ਦੀ ਜੋਤ, ਸਤਿਗੁਰੂ ਭਗਤ ਵਤਸਲ ਪਤਿਤ ਪਾਵਨ ਕਰੁਣਾ ਨਿਧਾਨ ਉਪਮਾ ਮਹਾਨ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਹਜ਼ੂਰੀ ਵਿਖੇ, ਚਰਨ ਸ਼ਰਨ ਵਿਖੇ ਰਾਤਰੀ ਵੇਲੇ ਦੇ ਸਜੇ ਹੋਏ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਬਹੁਤ ਸਨਮਾਨ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ, ਗੁਰੂ ਸਾਹਿਬ ਜੀ ਨੇ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ ਨੇ। ਆਪਣੇ ਪਾਵਨ ਦਰਬਾਰ ਦੀ ਦਾਤ, ਚਰਨ ਸ਼ਰਨ ਦੀ ਦਾਤ, ਅੰਮ੍ਰਿਤਮਈ ਗੋਦ ਦੀ ਦਾਤ ਬਖਸ਼ਿਸ਼ ਕੀਤੀ ਹੈ। ਔਰ ਗੁਰੂ ਸਾਹਿਬ ਵੱਲੋਂ, ਅਕਾਲ ਪੁਰਖ ਵਾਹਿਗੁਰੂ ਜੀ ਵੱਲੋਂ ਬਖਸ਼ਿਸ਼ ਕੀਤੀਆਂ ਹੋਈਆਂ ਇਹਨਾਂ ਅਮੋਲਕ ਘੜੀਆਂ ਨੂੰ ਸਫਲ ਔਰ ਸਕਾਰਥ ਬਣਾਉਂਦੇ ਹੋਏ ਆਪ ਜੀ ਪਾਵਨ ਪਵਿੱਤਰ ਬਾਣੀ ਦੀ ਟੇਕ ਲੈ ਰਹੇ ਹੋ। ਗੁਰੂ ਘਰ ਦੇ ਸਨਮਾਨ ਸਤਿਕਾਰਯੋਗ ਕੀਰਤਨੀਆਂ ਪਾਸੋਂ ਪਾਵਨ ਬਾਣੀ ਦੇ ਸ਼ਬਦ ਕੀਰਤਨ ਪਿਆਰ ਸਹਿਤ, ਸਤਿਕਾਰ ਸਹਿਤ, ਨਿਤਾ ਪ੍ਰਤੀ ਦੀ ਤਰ੍ਹਾਂ ਆਪ ਜੀ ਨੇ ਸ਼ਰਵਣ ਕੀਤੇ ਘੜੀਆਂ ਸਫਲ ਬਣਾਈਆਂ ਹਨ। ਉਪਰੰਤ ਗੁਰਬਾਣੀ ਵਿਚਾਰ ਦੀ ਜੋ ਲੜੀ ਚੱਲ ਰਹੀ ਹੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ ਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਅੰਮ੍ਰਿਤਮਈ ਬਾਣੀ ਆਨੰਦ ਸਾਹਿਬ ਦੀ ਲੜੀਵਾਰ ਵਿਚਾਰ ਆਪ ਜੀ ਰੋਜ਼ਾਨਾ ਗੁਰੂ ਚਰਨਾਂ 'ਚ ਜੁੜ ਮਿਲ ਬੈਠ ਸ਼ਰਵਣ ਕਰਦੇ ਹੋ। ਸਤਿਗੁਰੂ ਜੀ ਦੀ ਰਹਿਮਤ ਕਿਰਪਾ ਸਦਕਾ
40 ਪੌੜੀਆਂ ਦੀ ਇਸ ਬਾਣੀ ਦੀਆਂ 29 ਪੌੜੀਆਂ ਤੱਕ ਦੀ ਵਿਚਾਰ ਆਪ ਜੀ ਨੇ ਸ਼ਰਵਣ ਕੀਤੀ ਹੈ। 30 ਨੰਬਰ ਪੌੜੀ ਦਾ ਪਾਠ ਹੁਣੇ ਪਿਆਰ ਸਹਿਤ ਹੁਕਮਨਾਮੇ ਰੂਪ 'ਚ ਸ਼ਰਵਣ ਕੀਤਾ ਹੈ। ਕੱਲ ਜਿੱਥੋਂ ਆਪਾਂ ਵਿਚਾਰ ਨੂੰ ਸੰਕੋਚਿਆ ਸੀ, 29 ਨੰਬਰ ਪੌੜੀ, ਕਹੈ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਜਿਨ੍ਹਾਂ ਦੀ ਗੁਰੂ ਕਿਰਪਾ ਸਦਕਾ ਦਾਤੇ ਦੇ ਨਾਲ ਸੁਰਤ ਜੁੜ ਗਈ, ਧਿਆਨ ਜੁੜ ਗਿਆ, ਉਹ ਫਿਰ ਇਸ ਸੰਸਾਰ ਰੂਪੀ ਮਾਇਆ 'ਚ ਰਹਿੰਦਿਆਂ ਹੋਇਆਂ ਹੀ ਮਾਲਕ ਨੂੰ ਪਾ ਲੈਂਦੇ ਨੇ, ਅਕਾਲ ਪੁਰਖ ਨੂੰ ਪਾ ਲੈਂਦੇ ਹਨ। ਪਰ ਕੌਣ ਪਾਉਂਦੇ ਹਨ? ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਵਰਤਦੀ ਹੈ। ਵੈਸੇ ਪਿਛਲੀਆਂ ਵੀ ਆਪਾਂ ਪੌੜੀਆਂ ਦੀ ਵਿਚਾਰ ਜਿਵੇਂ ਜਿਵੇਂ ਕੀਤੀ ਹੈ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਨੇ ਇਸ ਬਾਣੀ ਦੇ ਆਰੰਭ 'ਚ ਹੀ ਗੱਲ ਕੀਤੀ ਕਿ ਆਨੰਦ ਅਵਸਥਾ ਤੱਕ ਜੇ ਪਹੁੰਚਣਾ ਹੈ, ਜੇ ਆਨੰਦ ਨੂੰ ਪਾਉਣਾ ਹੈ, ਤੇ ਫਿਰ ਇੱਕੋ ਹੀ ਤਰੀਕਾ ਹੈ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਗੁਰੂ ਰਾਹੀਂ ਆਨੰਦ ਦੀ ਪ੍ਰਾਪਤੀ ਹੈ। ਫਿਰ ਮਹਾਰਾਜ ਨੇ ਜਿੱਥੇ ਇਹ ਵੀ ਕਿਹਾ ਨਾ ਕਿ ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਉੱਥੇ ਵੀ ਸਤਿਗੁਰੂ ਨੇ ਸਮਝਾਇਆ ਕਿ ਇਹ ਅੰਮ੍ਰਿਤ ਦੀ ਦਾਤ ਗੁਰੂ ਰਾਹੀਂ ਮਿਲਦੀ ਹੈ। ਕਹਿਣ ਦਾ ਭਾਵ ਕਿ ਵਾਰ-ਵਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਦੀ ਗੱਲ ਕਰ ਰਹੇ ਨੇ, ਗੁਰਪ੍ਰਸਾਦ ਦੀ ਗੱਲ ਕਰਦੇ ਨੇ, ਗੁਰ ਸ਼ਬਦ ਦੀ ਗੱਲ ਕਰਦੇ ਨੇ ਕਿ ਇਹ ਜਿਹੜੀ ਜ਼ਿੰਦਗੀ ਦੀ ਖੇਡ ਹੈ ਨਾ, ਗੁਰੂ ਰਾਹੀਂ ਬਣਦੀ ਹੈ, ਗੁਰੂ ਤੋਂ ਬਿਨਾਂ ਨਹੀਂ। ਅੱਜ ਦੀ ਪੌੜੀ 'ਚ ਵੀ ਗੁਰੂ ਦੀ ਗੱਲ ਹੈ। ਅੱਗੇ ਵੀ ਜਿਵੇਂ ਜਿਵੇਂ ਆਪਾਂ ਰਹਿੰਦੀਆਂ ਬਾਣੀ ਦੀਆਂ ਪੌੜੀਆਂ ਨੂੰ ਵਿਚਾਰਾਂਗੇ ਤੇ ਵਾਰ-ਵਾਰ ਜੋ ਗੁਰੂ ਦੀ ਜ਼ਰੂਰਤ ਹੈ, ਮਹਾਨਤਾ ਹੈ, ਗੁਰਪ੍ਰਸਾਦ ਦੀ ਜਿਵੇਂ ਜ਼ਰੂਰਤ ਹੈ, ਉਹਦੇ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਾਰ-ਵਾਰ ਸਾਨੂੰ ਜਾਣੂ ਕਰਵਾਇਆ ਹੈ। ਸੋ ਮਹਾਰਾਜ ਕਹਿੰਦੇ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਵਰਤਦੀ ਹੈ, ਉਹ ਰਹਿੰਦੇ ਸੰਸਾਰ 'ਚ ਹੀ ਹਨ, ਪਰ ਸੰਸਾਰ 'ਚ ਰਹਿੰਦਿਆਂ ਹੀ ਉਹ ਨਿਰੰਕਾਰ ਨੂੰ ਪਾ ਲੈਂਦੇ ਹਨ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੈ ਜੁਗਤ। ਭੇਟਿਆਂ ਦਾ ਭਾਵ ਹੈ ਗੁਰੂ ਨਾਲ ਜੁੜਿਆ, ਗੁਰੂ ਨਾਲ ਮਿਲਿਆ, ਗੁਰੂ ਵਾਲੇ ਬਣਿਆ। ਗੁਰੂ ਉਪਦੇਸ਼ ਦੀ ਅਗਵਾਈ ਨੂੰ ਜੀਵਨ 'ਚ ਕਬੂਲਣ ਸਦਕਾ ਕੀ ਬਣਦਾ ਹੈ? ਨਾਨਕ ਸਤਿਗੁਰ ਭੇਟਿਆ ਪੂਰੀ ਹੋਵੈ ਜੁਗਤ, ਹਸੰਦਿਆਂ ਖਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚੇ ਹੋਵੈ ਮੁਕਤ। ਫਿਰ ਇੱਥੇ ਹੀ ਰਹਿੰਦਿਆਂ, ਹੱਸਦਿਆਂ ਖੇਡਦਿਆਂ ਪਹਿਨਦਿਆਂ ਖਾਂਦਿਆਂ ਕਿਰਤ ਵਿਰਤ ਕਰਦਿਆਂ ਹੀ ਬੰਦਾ ਮੁਕਤੀ ਦੀ ਅਵਸਥਾ ਤੱਕ ਪਹੁੰਚ ਜਾਂਦਾ ਹੈ, ਜੀਵਨ ਸਫਲਤਾ ਦੀ ਅਵਸਥਾ ਤੱਕ ਪਹੁੰਚ ਜਾਂਦਾ, ਪਰ ਗੁਰੂ ਕੇ ਸਹਾਰੇ ਸਦਕਾ। ਅੱਜ ਦੀ 30 ਨੰਬਰ ਪੌੜੀ ਅੰਦਰ ਸਤਿਗੁਰੂ ਗੱਲ ਕਰਦੇ ਹਨ ਅਕਾਲ ਪੁਰਖ ਵਾਹਿਗੁਰੂ ਜੀ ਦੀ। ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ। ਪਰਮਾਤਮਾ ਅਮੁੱਲਕ ਹੈ। ਬਾਣੀ 'ਚ ਅਪਾਰ ਸ਼ਬਦ ਆਇਆ ਹੈ, ਬੇਅੰਤ ਸ਼ਬਦ ਆਇਆ ਹੈ, ਅਗਣਤ ਆਇਆ ਹੈ। ਇੱਦਾਂ ਦੇ ਅਵਿਨਾਸ਼ੀ ਅਸੀਮ ਜਿਹੜੇ ਸ਼ਬਦ ਹਨ, ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਲਈ ਸਤਿਗੁਰੂ ਜੀ ਨੇ ਵਰਤੇ ਹਨ ਕਿ ਉਹ ਪਾਰ ਬ੍ਰਹਮ ਪਰਮੇਸ਼ਰ ਬੇਅੰਤ ਹੈ, ਕੋਈ ਉਹਦਾ ਅੰਤ ਨਹੀਂ ਹੈ, ਕੋਈ ਉਹਦਾ ਮੁੱਲ ਨਹੀਂ ਪਾਇਆ ਜਾ ਸਕਦਾ ਹੈ, ਉਹਨੂੰ ਕਿਸੇ ਕੀਮਤ ਤੇ ਖਰੀਦਿਆ ਨਹੀਂ ਜਾ ਸਕਦਾ ਹੈ। ਕਿਉਂਕਿ ਪਿਛਲੀ ਪੌੜੀ 'ਚ ਖਾਸ ਤੌਰ ਤੇ ਸਤਿਗੁਰੂ ਨੇ ਜ਼ਿਕਰ ਕੀਤਾ ਕਿ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਤੇ ਹੁਣ ਇਹ ਜਿਹੜੀ ਮਾਇਆ ਹੈ, ਜਿਵੇਂ ਜਿਵੇਂ ਮਨੁੱਖ ਦੇ ਕੋਲ ਇਹ ਦਮੜੀ ਦੇ ਰੂਪ ਦੇ ਵਿੱਚ ਮਾਇਆ ਆਉਂਦੀ, ਹਾਲਾਂਕਿ ਇਹਦੇ ਵਿਚਾਰਵਾਨ ਕਹਿੰਦੇ 2 ਰੂਪ ਹਨ ਮਾਇਆ ਦੇ, ਇੱਕ ਚਮੜੀ ਹੈ, ਇੱਕ ਦਮੜੀ ਹੈ। ਕਿਸੇ ਨੂੰ ਚਮੜੀ ਪਟਕਾ ਦਿੰਦੀ ਹੈ, ਕਿਸੇ ਨੂੰ ਦਮੜੀ ਪਟਕਾ ਦਿੰਦੀ ਹੈ।
ਤੇ ਮਹਾਰਾਜ ਕਹਿੰਦੇ ਜਿਵੇਂ ਬੰਦੇ ਦੇ ਕੋਲ ਇਹ ਦਮੜੀ ਆਉਂਦੀ ਹੈ, ਮਾਇਆ ਆਉਂਦੀ ਹੈ, ਮਾਇਆ ਦਾ ਸੁਰਤ ਤੇ ਮਾਨਸਿਕਤਾ ਤੇ ਮਨ ਤੇ ਐਨ ਪ੍ਰਭਾਵ ਪੈਂਦਾ ਹੈ, ਮਾਇਆ ਹਾਵੀ ਹੁੰਦੀ ਹੈ। ਫਿਰ ਮਾਇਆਧਾਰੀ ਮਨੁੱਖ ਸੋਚਦਾ ਹੈ ਮੈਂ ਹਰ ਚੀਜ਼ ਪੈਸੇ ਦੇ ਨਾਲ ਖਰੀਦ ਸਕਦਾ ਹਾਂ, ਮੈਂ ਜਿਹਨੂੰ ਮਰਜ਼ੀ ਪੈਸੇ ਦੇ ਨਾਲ ਖਰੀਦ ਸਕਦਾ ਹਾਂ। ਤੇ ਉਹ ਸੋਚਦਾ ਹੈ ਕਿ ਸ਼ਾਇਦ ਮੈਂ ਧਰਮ ਵੀ ਪੈਸੇ ਦੇ ਨਾਲ ਖਰੀਦ ਲਵਾਂ, ਗੁਰੂ ਦੀ ਖੁਸ਼ੀ ਵੀ ਪੈਸੇ ਦੇ ਨਾਲ ਖਰੀਦ ਲਵਾਂ, ਨਾਮ ਵੀ ਪੈਸੇ ਦੇ ਨਾਲ ਖਰੀਦ ਲਵਾਂ, ਮੈਂ ਰੱਬ ਵੀ ਪੈਸੇ ਦੇ ਨਾਲ ਖਰੀਦ ਲਵਾਂ। ਪਰ ਮਹਾਰਾਜ ਕਹਿੰਦੇ ਠੀਕ ਹੈ, ਬੰਦਾ ਪੈਸੇ ਦੇ ਨਾਲ ਬਹੁਤ ਕੁਝ ਖਰੀਦ ਸਕਦਾ ਹੈ, ਪਰ ਸਾਰਾ ਕੁਝ ਪੈਸੇ ਦੇ ਨਾਲ ਖਰੀਦਿਆ ਨਹੀਂ ਜਾ ਸਕਦਾ ਹੈ। ਸਾਰਾ ਕੁਝ ਪੈਸੇ ਦੇ ਨਾਲ ਖਰੀਦਿਆ ਤੇ ਵੇਚਿਆ ਜਾਣ ਵਾਲਾ ਸੌਦਾ ਨਹੀਂ ਹੈ। ਕਬੀਰ ਸਾਹਿਬ ਦੇ ਪਾਸ ਜਿਵੇਂ ਕੋਈ ਅਮੀਰ ਧਨੀ ਆਇਆ, ਕਿਉਂਕਿ ਭਗਤ ਆਨੰਦ 'ਚ ਵਿਚਰਦੇ ਨੇ, ਵਿਗਾਸ 'ਚ ਵਿਚਰਦੇ ਹਨ, ਤੇ ਕਬੀਰ ਸਾਹਿਬ ਜੀ ਦੀ ਮਹਿਮਾ ਵਡਿਆਈ ਚਾਰੇ ਪਾਸੇ ਫੈਲੀ। ਹਾਲਾਂਕਿ ਨਿੰਦਿਆ ਕਰਨ ਵਾਲੇ ਨਿੰਦਕ ਨਿੰਦਿਆ ਵੀ ਕਰਦੇ ਨੇ, ਪਰ ਵਡਿਆਈ ਜਿਹੜੀ ਹੈ ਉਹ ਫੈਲਦੀ ਪਈ ਹੈ। ਉਹ ਅਮੀਰ ਧਨੀ ਆਇਆ, ਕਿਉਂਕਿ ਬੰਦਾ ਜ਼ੋਰ ਦੇ ਨਾਲ ਪੈਸੇ ਕਮਾ ਸਕਦਾ ਹੈ। ਅੰਦਰ ਦੀ ਸ਼ਾਂਤੀ, ਅੰਦਰ ਦਾ ਸਕੂਨ, ਆਨੰਦ, ਇਹ ਚੀਜ਼ਾਂ ਪੈਸੇ ਦੇ ਨਾਲ ਖਰੀਦੀਆਂ ਜਾਣ ਵਾਲੀਆਂ ਵਸਤੂਆਂ ਤੇ ਹੈ ਨਹੀਂ ਹਨ। ਖੈਰ ਕਬੀਰ ਜੀ ਕਹਿੰਦੇ ਉਹ ਮਾਇਆ ਦੀ ਥੈਲੀ ਸੋਨੇ ਚਾਂਦੀ ਦੀਆਂ ਮੋਹਰਾਂ ਲਿਆਉਂਦਾ ਹੈ ਤੇ ਕੀ ਕਹਿੰਦਾ ਹੈ ਜੀ ਮੈਂ ਰੱਬ ਨੂੰ ਪਾਉਣਾ ਚਾਹੁੰਦਾ ਹਾਂ, ਮੈਂ ਪਰਮੇਸ਼ਰ ਦਾ ਨਾਮ ਪਾਉਣਾ ਚਾਹੁੰਦਾ ਹਾਂ। ਤੁਸੀਂ ਰੱਬ ਦੇ ਨਾਲ ਜੁੜੇ ਹੋ, ਰਾਮ ਕਬੀਰਾ ਏਕ ਭਇਓ ਹੈ ਕੋਇ ਨਾ ਸਕੈ ਪਛਾਣੀ। ਆ ਮਾਇਆ ਦੀਆਂ ਮੋਹਰਾਂ ਤੁਸੀਂ ਰੱਖ ਲਵੋ, ਸੋਨੇ ਦੀਆਂ ਮੋਹਰਾਂ, ਹੋਰ ਕਵੋ ਹੋਰ ਵੀ ਦੇ ਦੇਵਾਂਗਾ, ਮੇਰੇ ਕੋਲ ਬਹੁਤ ਧਨ ਹੈ, ਪਰ ਇਹਦੇ ਬਦਲੇ ਚਾਹੀਦਾ ਕੀ ਹੈ? ਪਰਮਾਤਮਾ, ਪਰਮਾਤਮਾ ਦਾ ਨਾਮ। ਤੇ ਕਬੀਰ ਸਾਹਿਬ ਕਹਿਣ ਲੱਗੇ ਜਿਹੜਾ ਸੌਦਾ ਤੂੰ ਖਰੀਦਣ ਦੇ ਲਈ ਆਇਆ ਹੈ ਨਾ, ਉਹ ਸੌਦਾ ਇਹਨਾਂ ਟਕਿਆਂ ਦੇ ਨਾਲ ਨਹੀਂ ਮਿਲਦਾ ਹੈ। ਹਾਂ ਮਿਲ ਜਾਂਦਾ ਹੈ, ਇਹ ਨਹੀਂ ਹੈ ਕਿ ਮਿਲਦਾ ਹੀ ਨਹੀਂ ਹੈ, ਪਰ ਜੋ ਚੀਜ਼ ਦੇ ਕੇ ਤੂੰ ਖਰੀਦਣਾ ਚਾਹੁੰਦਾ ਹੈ ਉੱਦਾਂ ਨਹੀਂ ਉਹ ਮਿਲ ਸਕਦਾ। ਉਹਨਾਂ ਦੇ ਬੜੇ ਪਿਆਰੇ ਬਚਨ ਹਨ, ਅਕਸਰ ਆਪਾਂ ਵਿਚਾਰਦੇ ਹਾਂ, ਕੰਚਨ ਸਿਉ ਪਾਈ ਹੈ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੁੱਲ। ਹੁਣ ਵੇਖੋ ਆਪਣਾ ਇਤਿਹਾਸ ਪੜ੍ਹੀਏ, ਭਾਈ ਲਹਿਣਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਹਜ਼ੂਰੀ 'ਚ ਆਏ। ਗੁਰੂ ਨਾਨਕ ਮਹਾਰਾਜ ਜੀ ਦੀਆਂ ਸਾਰੀਆਂ ਬਖਸ਼ਿਸ਼ਾਂ ਭਾਈ ਲਹਿਣੇ ਦੀ ਝੋਲੀ 'ਚ ਪਈਆਂ ਤੇ ਲਹਿਣਾ ਜੀ ਗੁਰੂ ਅੰਗਦ ਬਣ ਗਏ। ਗੁਰੂ ਨਾਨਕ ਮਹਾਰਾਜ ਜੀ ਦੀਆਂ ਖੁਸ਼ੀਆਂ ਉਹਨਾਂ ਨੇ ਲਈਆਂ। ਗੁਰੂ ਨੇ ਆਪਣਾ ਆਪ ਹੀ ਲਹਿਣੇ ਦੇ ਅੰਦਰ ਟਿਕਾ ਦਿੱਤਾ ਕਿ ਭਾਈ ਲਹਿਣੇ ਨੇ ਗੁਰੂ ਨਾਨਕ ਨੂੰ ਪੈਸੇ ਦੇ ਨਾਲ ਖਰੀਦਿਆ ਹੈ, ਕਿ ਭਾਈ ਲਹਿਣੇ ਨੇ ਗੁਰੂ ਨਾਨਕ ਦੀਆਂ ਖੁਸ਼ੀਆਂ ਪੈਸੇ ਦੇ ਨਾਲ ਲਈਆਂ ਹਨ? ਨਹੀਂ, ਆਪਣਾ ਆਪ ਗੁਰੂ ਨੂੰ ਸਮਰਪਿਤ ਕਰ ਦਿੱਤਾ, ਆਪਣਾ ਆਪ ਗੁਰੂ ਨੂੰ ਭੇਟ ਕਰ ਦਿੱਤਾ ਤੇ ਗੁਰੂ ਨਾਨਕ ਜੀ ਦੀਆਂ ਸਾਰੀਆਂ ਰਹਿਮਤਾਂ ਬਖਸ਼ਿਸ਼ਾਂ ਉਹਨਾਂ ਦੀ ਝੋਲੀ 'ਚ ਪੈ ਗਈਆਂ। ਜਾਂ ਸਿਦੋਸ ਤਾਂ ਲਹਿਣਾ ਟਿਕਿਓਨ। ਭਾਈ ਜੇਠਾ ਛੋਟੀ ਜਿਹੀ ਉਮਰੇ ਮਾਤਾ ਪਿਤਾ ਦਾ ਸਾਇਆ ਸਿਰ ਤੇ ਨਹੀਂ ਰਿਹਾ, ਘੁੰਗਣੀਆਂ ਵੇਚਦੇ ਰਹੇ, ਬੜਾ ਔਖਾ ਸੰਘਰਸ਼ ਭਰਿਆ ਉਹਨਾਂ ਦਾ ਬਚਪਨ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਰਹਿਮਤਾਂ ਵਰਤਦੀਆਂ ਨੇ। ਉਹ ਗੁਰੂ ਨਾਨਕ ਜੀ ਦੇ ਘਰ ਦੀਆਂ ਸਾਰੀਆਂ ਵਡਿਆਈਆਂ ਭਾਈ ਜੇਠੇ ਦੀ ਝੋਲੀ 'ਚ ਪਾ ਦਿੰਦੇ ਨੇ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਉਹ ਭਾਈ ਜੇਠਾ ਜਿਹਨੂੰ ਲੋਕ ਕਹਿੰਦੇ ਸਨ ਅਨਾਥ ਹੈ, ਬੇਸਹਾਰਾ ਹੈ, ਅੱਜ ਉਹਨੂੰ ਹੱਥ ਜੋੜ ਕੇ ਆਪਾਂ ਕਹਿੰਦੇ ਹਾਂ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਹੁਣ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਖੁਸ਼ੀਆਂ ਕੋਈ ਭਾਈ ਜੇਠੇ ਨੇ ਪੈਸੇ ਦੇ ਕੇ ਥੋੜਾ ਖਰੀਦੀਆਂ ਨੇ। ਉਹਨਾਂ ਦੇ ਕੋਲ ਤੇ ਇੰਨਾ ਵੀ ਪੈਸਾ ਨਹੀਂ ਸੀ ਕਿ 2 ਵਕਤ ਦਾ ਰੱਜਵਾਂ ਭੋਜਨ ਹੀ ਖਾ ਸਕਦੇ, ਤਨ ਦੇ ਕੱਪੜੇ ਹੀ ਕੋਈ ਸੋਹਣੇ ਖਰੀਦ ਕੇ ਪਹਿਨ ਸਕਦੇ। ਪੈਸੇ ਦੇ ਨਾਲ ਥੋੜਾ ਗੁਰੂ ਦੀਆਂ ਖੁਸ਼ੀਆਂ ਮਿਲੀਆਂ। ਖੁਸ਼ੀਆਂ ਕਿੱਦਾਂ ਮਿਲੀਆਂ? ਜਦੋਂ ਉਹਨਾਂ ਨੇ ਆਪਣਾ ਆਪ ਗੁਰੂ ਨੂੰ ਸਮਰਪਿਤ ਕਰ ਦਿੱਤਾ, ਆਪਣਾ ਆਪ ਗੁਰੂ ਅੱਗੇ ਭੇਟ ਕਰ ਦਿੱਤਾ।
ਇਹਨੂੰ ਬਾਣੀ ਨੇ ਕਿਹਾ ਹੈ, ਹੁਕਮ ਮੰਨਿਆ ਹੋਵੇ ਪ੍ਰਮਾਣ ਤਾਂ ਖਸਮੇ ਕਾ ਮਹਿਲ ਪਾਏ ਸੀ। ਜਾਂ ਆਨੰਦ ਸਾਹਿਬ ਅੰਦਰ ਹੀ ਦਾਤਾ ਜੀ ਦੇ ਬਚਨ ਹਨ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਆਪਣਾ ਆਪ ਸਮਰਪਿਤ ਕਰ ਦੇ, ਆਪਣਾ ਆਪ ਭੇਟ ਕਰ ਦੇ, ਸਮਰਪਿਤ ਹੋ ਜਾ। ਕਿਸ ਹੀ ਕੋਈ ਕੋਏ ਇੰਨਾ ਸਮਰਪਿਤ ਹੋ। ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਕਿ ਤੇਰੇ ਅੰਦਰ ਤੋਂ ਇਹ ਬੋਲ ਨਿਕਲਣ। ਦਾਤਾ ਕਿਸੇ ਦਾ ਕੋਈ ਸਹਾਰਾ ਹੋ ਸਕਦਾ ਹੈ, ਕਿਸੇ ਦਾ ਕੋਈ ਆਸਰਾ ਹੋ ਸਕਦਾ ਹੈ, ਪਰ ਮੇਰਾ ਦਾਤਾ ਜੀ ਤੇਰੇ ਤੋਂ ਬਿਨਾ, ਤੁਹਾਡੇ ਤੋਂ ਬਿਨਾ ਕੋਈ ਸਹਾਰਾ ਨਹੀਂ। ਜੇ ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ। ਮੈਂ ਤੁਧ ਆਗੇ ਅਰਦਾਸ ਮੈਂ ਹੋਰ ਥਾਉ ਨਾਹੀ, ਜਿਸ ਪੈ ਕਰੂੰ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ। ਇਹ ਸਮਰਪਿਤ ਭਾਵ ਦਾ ਰਸਤਾ ਹੈ, ਕੋਈ ਪੈਸੇ ਦਾ ਰਸਤਾ ਨਹੀਂ ਹੈ ਕਿ ਅਸੀਂ ਆਈਏ ਤੇ ਕਹੀਏ ਕਿ 4 ਪੈਸੇ ਗੁਰੂ ਦੀ ਗੋਲਕ 'ਚ ਭੇਟ ਕੀਤੇ ਤੇ ਹੁਣ ਇਹਦੇ ਬਦਲੇ ਕੋਈ ਗੁਰੂ 2 ਲਿਫਾਫੇ ਖੁਸ਼ੀਆਂ ਦੇ ਭਰ ਕੇ ਸਾਨੂੰ ਦੇ ਦੇਣ। ਨਹੀਂ, ਇੱਥੇ ਤੇ ਇਤਿਹਾਸ ਨੂੰ ਆਪਾਂ ਗਹਿਰਾਈ ਦੇ ਨਾਲ ਪੜ੍ਹੀਏ ਨਾ। ਵੇਖੋ, ਇਤਿਹਾਸ 'ਚੋਂ ਅਸੀਂ ਸਿੱਖਣਾ ਹੈ, ਬਾਣੀ 'ਚੋਂ ਸਿੱਖਣਾ ਹੈ। ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ। ਇੱਥੇ ਐਸੇ ਵੀ ਵਾਕਿਆਤ ਮਿਲਦੇ ਨੇ ਜਦੋਂ ਜਿਹੜੇ ਮਾਇਆ ਦਾ ਅਭਿਮਾਨ ਲੈ ਕੇ ਆਏ ਸਨ, ਖਾਲੀ ਆਏ ਤੇ ਖਾਲੀ ਚਲੇ ਗਏ। ਜਿਨ੍ਹਾਂ ਦੇ ਅੰਦਰ ਇਹ ਅਭਿਮਾਨ ਸੀ ਕਿ ਅਸੀਂ ਪੈਸੇ ਦੇ ਨਾਲ ਸਾਰਾ ਕੁਝ ਕਰ ਸਕਦੇ ਹਾਂ, ਕੁਝ ਨਹੀਂ ਮਿਲਿਆ ਉਹਨਾਂ ਨੂੰ। ਪਰ ਜਿਹੜੇ ਬਸ ਸਮਰਪਿਤ ਹੋ ਕੇ ਨਿਮਰਤਾ ਭਾਵ ਦੇ ਵਿੱਚ ਆ ਗਏ ਤੇ ਉਹਨਾਂ ਨੂੰ ਗੁਰੂ ਨੇ ਆਪਣਾ ਸਾਰਾ ਕੁਝ ਬਖਸ਼ ਦਿੱਤਾ, ਸਾਰੀਆਂ ਵਡਿਆਈਆਂ ਬਖਸ਼ ਦਿੱਤੀਆਂ। ਖੈਰ, ਗੁਰੂ ਅਮਰਦਾਸ ਮਹਾਰਾਜ ਕਹਿੰਦੇ ਉਹ ਮਾਲਕ ਅਮੋਲਕ ਹੈ, ਉਹਦਾ ਕੋਈ ਮੁੱਲ ਨਹੀਂ ਹੈ ਪਰਮੇਸ਼ਰ ਦਾ, ਨਾ ਪਰਮੇਸ਼ਰ ਦੇ ਨਾਮ ਦਾ ਕੋਈ ਮੁੱਲ ਹੈ। ਨਾਵੇਂ ਕੀ ਕੀਮਤ ਮਿਤ ਕਹੀ ਨਾ ਜਾਏ। ਕੋਈ ਕੀਮਤ ਨਹੀਂ ਹੈ ਜਿਹੜੀ ਅਸੀਂ ਕਹਿ ਸਕੀਏ ਇੰਨੀ ਮਾਲਕ ਦੀ ਕੀਮਤ ਹੈ, ਮੁੱਲ ਹੈ। ਮੁੱਲ ਨਾ ਪਾਇਆ ਜਾਏ, ਕਿਸੇ ਮੁੱਲ ਕਿਸੇ ਕੀਮਤ ਤੇ ਰੱਬ ਜੀ ਨੂੰ, ਮਾਲਕ ਜੀ ਨੂੰ ਪਾਇਆ ਨਹੀਂ ਜਾ ਸਕਦਾ। ਜੇ ਅਸੀਂ ਕਹੀਏ ਮੁੱਲ ਦੇ ਕੇ ਮਾਲਕ ਨੂੰ ਖਰੀਦ ਲਵਾਂਗੇ, ਮਾਲਕ ਨੂੰ ਪਾ ਲਵਾਂਗੇ। ਮੁੱਲ ਨਾ ਪਾਇਆ ਜਾਏ ਕਿਸੇ ਵਿਟੋਂ ਰਹੇ ਲੋਕ ਵਿਲ ਲਾਏ। ਮਹਾਰਾਜ ਕਹਿੰਦੇ ਟੱਕਰਾਂ ਮਾਰਨ ਵਾਲੇ ਲੋਕ ਬੜੀਆਂ ਟੱਕਰਾਂ ਮਾਰ ਕੇ ਥੱਕ ਗਏ। ਯਤਨ ਉਹਨਾਂ ਨੇ ਬੜੇ ਕੀਤੇ ਪਰ ਗੱਲ ਨਹੀਂ ਬਣੀ। ਨਾ ਮਾਇਆ ਧਾਰੀ ਰੱਬ ਨੂੰ ਪਾ ਸਕਿਆ, ਜਾਂ ਜਿਹਨੂੰ ਕਿਸੇ ਨੂੰ ਆਪਣੇ ਗਿਆਨ ਦਾ ਵੀ ਅਭਿਮਾਨ ਸੀ ਨਾ ਕਿ ਮੈਂ ਇਸ ਤਰੀਕੇ ਦੇ ਨਾਲ ਰੱਬ ਨੂੰ ਪਾ ਲਵਾਂਗਾ। ਉਹਦੇ ਬਾਰੇ ਵੀ ਆਪਾਂ ਰੋਜ਼ ਗੁਰੂ ਕੇ ਬਚਨ ਪੜ੍ਹਦੇ ਹਾਂ ਕਿ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਵੱਡੇ ਵੱਡੇ ਗਿਆਨੀ ਧਿਆਨੀ, ਬਲਕਿ ਗੁਰੂ ਨਾਨਕ ਜੀ ਕਹਿੰਦੇ ਜੇ ਕੋਈ ਦਾਵਾ ਵੀ ਕਰੇ ਨਾ ਜੀ ਮੈਂ ਰੱਬ ਨੂੰ ਜਾਣ ਲਿਆ, ਮੈਂ ਰੱਬ ਨੂੰ ਪਾ ਲਿਆ, ਮੈਂ ਤੁਹਾਨੂੰ ਵੀ ਰੱਬ ਵਿਖਾ ਦੇਵਾਂਗਾ, ਤੇ ਉਹਨੂੰ ਬਾਣੀ ਨੇ ਕਿਹਾ ਹੈ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਵਾਰਾਂ ਗਵਾਰੋ। ਮੂਰਖਾਂ ਦਾ ਮੂਰਖ ਹੈ ਜਿਹੜਾ ਏਦਾਂ ਦੇ ਝੂਠੇ ਦਾਅਵੇਦਾਰੀ ਦੇ ਬੋਲਦਾ ਹੈ। ਸੋ ਮਹਾਰਾਜ ਕਹਿੰਦੇ ਮੁੱਲ ਨਾ ਪਾਇਆ ਜਾਏ ਕਿਸੇ ਵਿਟੋਂ ਰਹੇ ਲੋਕ ਵਿਲ ਲਾਏ। ਆਪਣੇ ਤੌਰ ਤੇ ਬੜੇ ਲੋਕ ਯਤਨ ਕਰ ਕਰਕੇ ਖੱਪ ਗਏ, ਥੱਕ ਗਏ, ਜੀਵਨ ਮੁੱਕ ਗਿਆ, ਪਰ ਮਾਲਕ ਨੂੰ ਪਾ ਨਹੀਂ ਸਕੇ, ਕਿਉਂਕਿ ਉਹ ਜਿਸ ਤਰੀਕੇ ਦੇ ਨਾਲ ਖਰੀਦਣਾ ਚਾਹੁੰਦੇ ਸਨ ਉਹ ਤਰੀਕਾ ਉਹ ਨਹੀਂ ਸੀ ਮਾਲਕ ਨੂੰ ਪਾਉਣ ਵਾਲਾ। ਜਿਵੇਂ ਕਬੀਰ ਸਾਹਿਬ ਦੇ ਬਚਨ ਆਪਾਂ ਪੜ੍ਹੇ, ਕਬੀਰ ਜੀ ਕਹਿੰਦੇ ਪਾਇਆ ਜਾ ਸਕਦਾ ਹੈ ਪਰ ਏਦਾਂ ਨਹੀਂ। ਕੰਚਨ ਸਿਉ ਪਾਈਆ ਨਹੀਂ ਤੋਲ, ਪੈਸੇ ਦੇ ਨਾਲ ਤੋਲ ਕੇ ਖਰੀਦ ਕੇ ਨਹੀਂ। ਹਾਂ, ਮਨ ਦੇ ਰਾਮ ਲਿਆ ਹੈ ਮੋਲ, ਆਪਣਾ ਆਪ ਮਾਲਕ ਨੂੰ ਭੇਟ ਕਰ ਫਿਰ ਜ਼ਰੂਰ ਮਿਲ ਜਾਏਗਾ, ਪਰ ਬਾਹਰ ਦੇ ਇਹ ਟਕਿਆਂ ਦੇ ਨਾਲ ਨਹੀਂ। ਹੁਣ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਕਿਵੇਂ ਉਸ ਮਾਲਕ ਨੂੰ ਪਾਇਆ ਜਾ ਸਕਦਾ ਹੈ। ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ। ਜੇ ਪੂਰਾ ਗੁਰੂ ਕਿਸੇ ਨੂੰ ਮਿਲ ਪਵੇ, ਕਿਉਂਕਿ ਗੁਰੂ ਰੱਬੀ ਘਰ ਦਾ ਬਸ਼ੀਠ ਹੈ, ਵਿਚੋਲਾ ਹੈ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸ਼ੀਠ। ਹਰ ਨਾਮੋ ਮੰਤਰ ਦਰੜਾਇਂਦਾ ਕੱਟੇ ਹਉ ਮੈਂ ਰੋਗ, ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿਨਾ ਧੁਰੇ ਪਿਆ ਸੰਜੋਗ। ਮਹਾਰਾਜ ਕਹਿੰਦੇ ਇੱਕ ਹਉਮੈ ਦਾ ਪਰਦਾ ਹੈ,
ਜਿਹੜਾ ਪਰਦਾ ਗੁਰੂ ਹਟਾਉਂਦੇ ਨੇ ਤੇ ਜੀਵ ਪਰਮਾਤਮਾ ਨੂੰ ਪਾ ਲੈਂਦਾ। ਜਿੰਨੀ ਦੇਰ ਤੱਕ ਉਹ ਹੰਕਾਰ ਦਾ ਪਰਦਾ, ਕਿਉਂਕਿ ਮਾਲਕ ਕਿੱਥੇ ਹੈ, ਕੋਈ ਸਾਡੇ ਤੋਂ ਦੂਰ ਨਹੀਂ ਹੈ। ਮਹਾਰਾਜ ਕਹਿੰਦੇ ਉਹ ਤੇ ਬਿਲਕੁਲ ਸਾਡੇ ਨਾਲ ਹੈ। ਸਦਾ ਅੰਗ ਸੰਗੇ ਅਪੰਗੰ ਬੇਪੂਤੇ, ਸੋ ਪ੍ਰਭ ਨੇਰੈ ਹੂੰ ਤੇ ਨੇਰੈ। ਭਗਤ ਰਵਿਦਾਸ ਸਾਹਿਬ ਨੇ ਤੇ ਇਥੋਂ ਤੱਕ ਕਿਹਾ ਕਿ ਕਹਿ ਰਵਿਦਾਸ ਹਾਥ ਪੈ ਨੇਰੈ, ਸਹਿਜੇ ਹੋਏ ਸੋ ਹੋਈ। ਉਹ ਮੇਰੇ ਹੱਥ ਤੋਂ ਵੀ ਕਹਿੰਦੇ ਨੇੜੇ ਹੈ। ਗੁਰੂ ਅਰਜਨ ਸਾਹਿਬ ਦੇ ਬਚਨ ਕਹਿੰਦੇ ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਅੰਦਰ ਵੀ ਉਹ ਜੋ ਬ੍ਰਹਮੰਡੇ ਸੋਈ ਪਿੰਡੇ, ਸਭ ਮੈਂ ਜੋਤ ਜੋਤ ਹੈ ਸੋਈ। ਪਰ ਹੁਣ ਹੈ ਸਾਡੇ ਨਾਲ ਹੈ, ਸਮਝ ਨਹੀਂ ਪੈਂਦੀ ਆ, ਉਹਨੂੰ ਪਾ ਨਹੀਂ ਅਸੀਂ ਪਾਉਂਦੇ ਹਾਂ, ਉਹਦੇ ਮਿਲਾਪ ਦਾ ਰਸ ਅਸੀਂ ਮਾਣ ਨਹੀਂ ਪਾਉਂਦੇ ਹਾਂ, ਹਾਲਾਂਕਿ ਉਹ ਸਾਡੇ ਅੰਦਰ ਹੀ ਬੈਠਾ। ਇਹਦਾ ਕਾਰਨ ਕੀ ਹੈ? ਤੇ ਬਾਣੀ ਨੇ ਮੋਟੇ ਰੂਪ ਦੇ ਵਿੱਚ ਇਹੀ ਕਿਹਾ ਹੈ ਕਿ ਹੰਕਾਰ ਦਾ ਹਉਮੈ ਦਾ ਪਰਦਾ ਹੈ, ਜਿਸ ਕਰਕੇ ਇਹ ਵਿੱਥ ਬਣੀ ਰਹਿੰਦੀ ਹੈ, ਫਾਸਲਾ ਬਣਿਆ ਰਹਿੰਦਾ। ਇੱਕ ਜਗ੍ਹਾ ਸਤਿਗੁਰੂ ਜੀ ਦੇ ਬਚਨ ਹਨ, ਕਹਿੰਦੇ ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਇੜਾ ਮੇਰਾ ਸਾਜਨੜਾ। ਉਹ ਕਹਿੰਦੇ ਸੱਜਣ ਹੈ ਮੇਰਾ, ਸੱਜਣ ਹੈ ਵਾਹਿਗੁਰੂ। ਤੇ ਵੇਖੋ ਉਹਦੀ ਖੂਬੀ ਇਹ ਹੈ ਕਿ ਉਹ ਸਾਰਿਆਂ ਦਾ ਹੀ ਸੱਜਣ ਹੈ। ਇੱਥੇ ਦੁਨਿਆਵੀ ਤੌਰ ਤੇ ਇੱਕ ਕਿਸੇ ਦਾ ਬੰਦਾ ਸੱਜਣ ਹੋ ਸਕਦਾ ਹੈ, ਉਹੀ ਬੰਦਾ ਕਿਸੇ ਦਾ ਦੁਸ਼ਮਣ ਵੀ ਹੁੰਦਾ ਹੈ। ਕੋਈ ਉਹਨੂੰ ਕਹਿੰਦਾ ਹੈ ਮੇਰਾ ਆਪਣਾ ਹੈ, ਕੋਈ ਕਹਿੰਦਾ ਬਗਾਨਾ ਹੈ, ਕੋਈ ਕਿਸੇ ਦਾ ਮਿੱਤਰ ਹੈ, ਕਿਸੇ ਦਾ ਦੁਸ਼ਮਣ ਹੈ। ਬੰਦਾ ਇੱਕ ਹੀ ਹੈ, ਸਭ ਦੇ ਲਈ ਉਹ ਇੱਕੋ ਜਿਹਾ ਨਹੀਂ ਹੈ। ਪਰ ਮਹਾਰਾਜ ਕਹਿੰਦੇ ਸੱਜਣ ਮੈਂਡਾ ਚਾਈਆ ਹੱਬ ਕਹੀ ਦਾ ਮਿੱਤ, ਹੱਬੇ ਜਾਣਨ ਆਪਣਾ ਕਹੀ ਨਾ ਠਾਹੇ ਚਿੱਤ। ਜਿਹੜਾ ਸਾਡਾ ਉਹ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਹੈ। ਉਹ ਕਹਿੰਦੇ ਕੇਵਲ ਸਾਡਾ ਹੀ ਸੱਜਣ ਨਹੀਂ ਹੈ, ਉਹ ਸਾਰਿਆਂ ਦਾ ਸੱਜਣ, ਹਰ ਇੱਕ ਦਾ ਸੱਜਣ ਹੈ, ਤੇ ਉਹ ਹਰ ਇੱਕ ਦੇ ਨਾਲ ਹੈ। ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਇੜਾ ਮੇਰਾ ਸਾਜਨੜਾ, ਜਾਨੀੜਾ ਹਰ ਜਾਨੀੜਾ, ਨੈਣ ਅਲੋਇੜਾ ਹਰ ਜਾਨੀੜਾ। ਉਹ ਸਭ ਦੇ ਅੰਦਰ ਦੀ ਜਾਣਨ ਵਾਲਾ ਵੀ ਹੈ, ਹਰ ਇੱਕ ਦੇ ਅੰਦਰ ਨੂੰ ਉਹ ਵੇਂਦਾ ਹੈ। ਪਾਤਸ਼ਾਹ ਕਹਿੰਦੇ ਠੀਕ ਹੈ, ਅਸੀਂ ਉਹਨੂੰ ਵੇਖ ਨਹੀਂ ਪਾਉਂਦੇ ਆ, ਗੱਲ ਵੱਖਰੀ ਹੈ, ਪਰ ਇਹਦਾ ਇਹ ਮਤਲਬ ਨਹੀਂ ਹੈ ਕਿ ਉਹ ਵੀ ਸਾਨੂੰ ਵੇਖ ਨਹੀਂ ਰਿਹਾ ਹੈ। ਉਹ ਵੇਖੈ, ਉਹਨਾਂ ਨਜ਼ਰ ਨਾ ਆਵੇ। ਬਹੁਤਾ ਇਹੋ ਵਿਡਾਣ ਕਹਿੰਦੇ ਇਹੀ ਤੇ ਹੈਰਾਨਗੀ ਵਾਲੀ ਖੇਡ ਹੈ ਕਿ ਉਹ ਸਭ ਨੂੰ ਵੇਂਦਾ ਪਿਆ ਹੈ, ਪਰ ਸਾਨੂੰ ਨਹੀਂ ਦਿਸਦਾ ਹੈ। ਉਹ ਸਭ ਨੂੰ ਵੇਂਦਾ, ਉਹਦੀ ਨਜ਼ਰ ਤੋਂ ਓਲੇ ਕੋਈ ਨਹੀਂ ਹੈ। ਨੈਣ ਅਲੋਇਆ ਘਟ ਘਟ ਸੋਇਆ, ਅਤ ਅੰਮ੍ਰਿਤ ਪ੍ਰੇ ਗੂੜਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਅਸੀਂ ਵੀ ਉਸ ਮਾਲਕ ਨੂੰ ਵੇਖ ਲਿਆ, ਸਾਨੂੰ ਵੀ ਹੁਣ ਉਸ ਮਾਲਕ ਦਾ ਪਤਾ ਲੱਗ ਗਿਆ ਹੈ। ਨਾਲ ਹੋਵੰਦਾ ਲੈ ਨਾ ਸਕੰਦਾ, ਸਵਾਉ ਨਾ ਜਾਣੈ ਮੂੜਾ। ਪਰ ਕਹਿੰਦੇ ਜਿਹੜਾ ਅਗਿਆਨੀ ਬੰਦਾ ਹੈ, ਰੱਬ ਤੇ ਉਹਦੇ ਨਾਲ ਹੈ। ਨਾਲ ਹੋਵੰਦਾ ਲੈ ਨਾ ਸਕੰਦਾ, ਸਵਾਉ ਨਾ ਜਾਣੈ ਮੂੜਾ। ਨਾਲ ਹੋਣ ਦੇ ਬਾਵਜੂਦ ਵੀ ਉਹ ਮੂੜਾ, ਉਹ ਅਗਿਆਨੀ ਮਾਲਕ ਦੇ ਮਿਲਾਪ ਦਾ ਰਸ ਆਨੰਦ ਨਹੀਂ ਮਾਣ ਪਾਉਂਦਾ, ਹਾਲਾਂਕਿ ਮਾਲਕ ਉਹਦੇ ਨਾਲ ਹੀ ਹੈ। ਕਾਰਨ ਕੀ ਹੈ? ਕਿਉਂ ਨਹੀਂ ਬੰਦਾ ਨਾਲ ਹੁੰਦੇ ਮਾਲਕ ਨੂੰ ਮਾਣ ਪਾਉਂਦਾ, ਜਾਣ ਪਾਉਂਦਾ, ਵੇਖ ਪਾਉਂਦਾ? ਤੇ ਮਹਾਰਾਜ ਕਹਿੰਦੇ ਉਹਦਾ ਮੋਟਾ ਕਾਰਨ ਇਹ ਹੈ ਕਿ ਮਾਇਆ ਮਦ ਮਾਤਾ ਹੋਛੀ ਬਾਤਾ, ਮਿਲ ਨਾ ਜਾਈ ਭਰਮ ਧੜਾ। ਮਾਇਆ ਦਾ ਪ੍ਰਭਾਵ ਹੈ, ਹਉਮੈ ਦਾ ਪ੍ਰਭਾਵ ਹੈ, ਅਗਿਆਨਤਾ ਦਾ ਪ੍ਰਭਾਵ ਹੈ, ਮੈਂ ਮੇਰੀ ਦਾ ਪ੍ਰਭਾਵ ਹੈ, ਜਿਸ ਕਰਕੇ ਨਾਲ ਹੁੰਦਿਆਂ ਰੱਬ ਨੂੰ ਬੰਦਾ ਸਮਝ ਨਹੀਂ ਪਾਉਂਦਾ। ਤੇ ਅਖੀਰ 'ਚ ਉੱਥੇ ਮਹਾਰਾਜ ਨੇ ਬਚਨ ਕੀਤਾ, ਕਹੋ ਨਾਨਕ ਗੁਰ ਬਿਨ ਨਹੀਂ ਸੂਝੈ, ਹਰ ਸਾਜਨ ਸਭ ਕੈ ਨਿਕਟ ਖੜਾ। ਹੈ ਉਹ ਸਾਰਿਆਂ ਦੇ ਨਾਲ ਹੀ ਹੈ, ਹਰ ਇੱਕ ਦੇ ਨਾਲ ਹੈ, ਪਰ ਗੁਰੂ ਤੋਂ ਬਿਨਾਂ ਉਹਦੀ ਸਮਝ ਨਹੀਂ ਪੈਂਦੀ ਆ, ਗੁਰੂ ਤੋਂ ਬਿਨਾਂ ਉਹਦਾ ਮਿਲਾਪ ਨਹੀਂ ਹੋ ਸਕਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਬਚਨ ਹੈ, ਕਾਹੇ ਰੇ ਬਨ ਖੋਜਨ ਜਾਈ, ਕਿਉਂ ਜੰਗਲ 'ਚ ਕਹਿੰਦੇ ਰੱਬ ਨੂੰ ਲੱਭਣ ਜਾ ਰਿਹਾ ਹੈ। ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਉਹ ਕਹਿੰਦੇ ਸਾਰਿਆਂ 'ਚ ਵਸਣ ਵਾਲਾ ਜਿਹੜਾ ਅਲੇਪ ਨਿਰਲੇਪ ਪਰਮਾਤਮਾ ਹੈ, ਤੇਰੇ ਅੰਦਰ ਹੀ ਤੇ ਵਸ ਰਿਹਾ ਹੈ। ਪੋਹਪ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ,
ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ। ਹੁਣ ਫੁੱਲ ਹੈ, ਸੁਗੰਧੀ ਫੁੱਲ ਦੇ ਅੰਦਰੋਂ ਹੀ ਫੈਲਦੀ ਪਈ ਹੈ ਮਹਿਕ। ਉਹ ਕੋਈ ਫੁੱਲ ਤੋਂ ਵੱਖਰੀ ਨਹੀਂ ਹੈ, ਫੁੱਲ ਦੇ ਅੰਦਰ ਹੈ ਸੁਗੰਧੀ। ਸ਼ੀਸ਼ੇ ਦੇ ਅੰਦਰ ਹੀ ਪਰਛਾਵਾਂ ਹੈ, ਪ੍ਰਤੀਬਿੰਬ ਹੈ ਜੋ ਅਸੀਂ ਵੇਖਦੇ ਹਾਂ ਆਪਣਾ ਆਪ। ਉਹ ਸ਼ੀਸ਼ੇ ਤੋਂ ਵੱਖਰਾ ਨਹੀਂ ਹੈ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਸੰਸਾਰ 'ਚ ਹੀ ਨਿਰੰਕਾਰ ਹੈ, ਸੰਸਾਰ 'ਚ ਹੀ ਪਰਮੇਸ਼ਰ ਹੈ। ਪੋਹਪ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ। ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ। ਤੇ ਅੱਗੇ ਮਹਾਰਾਜ ਕਹਿੰਦੇ ਬਾਹਰ ਭੀਤਰ ਏਕੋ ਜਾਨੋ। ਬਾਹਰ ਵੀ ਉਹ ਹੈ, ਅੰਦਰ ਵੀ ਉਹ ਹੈ। ਇਹ ਗੁਰ ਗਿਆਨ ਬਤਾਈ। ਪਰ ਇਸ ਚੀਜ਼ ਦਾ ਪਤਾ ਲੱਗਦਾ ਹੈ ਗੁਰੂ ਸਦਕਾ। ਐਸਾ ਸਤਿਗੁਰ ਜੇ ਮਿਲੇ, ਸਮਝਾਉਣ ਵਾਲਾ ਗੁਰੂ ਜੇ ਮਿਲ ਪਵੇ, ਪੂਰਾ ਗੁਰੂ ਜੇ ਸਮਝ ਬਖਸ਼ਣ ਵਾਲਾ ਮਿਲ ਪਵੇ। ਇਹ ਨਹੀਂ ਕਿ ਬਸ ਦੂਜੇ ਨੂੰ ਲੁੱਟਣ ਦੇ ਲਈ ਕੋਈ ਡੰਬੀ ਪਖੰਡੀ ਆਪਣੀ ਗੱਦੀ ਲਗਾ ਕੇ ਬਹਿ ਜਾਏ ਤੇ ਬਸ ਆਓ ਭੇਟਾ ਦਿਓ ਤੇ ਜਾਓ ਤੇ ਮਿਲਣਾ ਕੁਝ ਵੀ ਨਹੀਂ। ਇੱਦਾਂ ਨਹੀਂ। ਜਿਹੜਾ ਵਾਕਿਆ ਹੀ ਗੁਰ ਪਰਮੇਸ਼ਰ ਇੱਕੋ ਜਾਣ ਵਾਲਾ ਹੋਵੇ, ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ। ਤੇ ਉਹ ਫਿਰ ਜਿਹੜਾ ਪੂਰਾ ਗੁਰੂ ਹੈ ਨਾ, ਸਿੱਖ ਨੂੰ ਪਰਮੇਸ਼ਰ ਤੱਕ ਹੀ ਪਹੁੰਚਾ ਦਿੰਦਾ ਹੈ। ਇਹ ਗੁਰੂ ਦੀ ਵਡਿਆਈ ਹੈ। ਮਹਾਰਾਜ ਕਹਿੰਦੇ ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ। ਕਹੋ ਨਾਨਕ ਬਿਨ ਆਪਾ ਚੀਨੈ, ਮਿਟੇ ਨਾ ਭ੍ਰਮ ਕੀ ਕਾਈ। ਗੁਰੂ ਇਹ ਸਮਝ ਬਖਸ਼ਦੇ ਨੇ ਭਾਈ, ਜਿੰਨੀ ਦੇਰ ਤੱਕ ਤੂੰ ਆਪਣੇ ਅੰਦਰੋਂ ਆਪਣੇ ਆਪ ਨੂੰ ਖਤਮ ਨਹੀਂ ਕਰਦਾ ਹੈ, ਭਾਵ ਹੰਕਾਰ ਨੂੰ ਖਤਮ ਨਹੀਂ ਕਰਦਾ। ਵੇਖਿਓ ਲਾਲਨ ਪਾਟ ਬੀਚ ਖੋਇਓ, ਅਨੰਦ ਚਿਤਾ ਹਰਖੇ ਪਤੀਨ। ਤਿਸ ਹੀ ਕੋ ਗ੍ਰਹਿ ਸੋਈ, ਪ੍ਰਭ ਨਾਨਕ ਸੋ ਠਾਕੁਰ ਤਿਸ ਹੀ ਕੋ ਧੀਨ। ਮਹਾਰਾਜ ਕਹਿੰਦੇ ਵੇਖਿਓ ਲਾਲਨ, ਰੱਬ ਨੂੰ ਅਸੀਂ ਵੇਖ ਲਿਆ। ਕਿਵੇਂ ਵੇਖਿਆ? ਪਾਟ ਬੀਚ ਖੋਏ। ਜਿਹੜਾ ਵਿਚਕਾਰ ਇੱਕ ਪਾਟ ਦਾ ਮਤਲਬ ਜਿਹੜਾ ਪਰਦਾ ਸੀ ਨਾ ਸਾਡੇ ਤੇ ਰੱਬ ਦੇ ਵਿੱਚ, ਹੰਕਾਰ ਦਾ, ਮਾਇਆ ਮਦ ਮਾਤਾ ਦਾ, ਉਹ ਗੁਰੂ ਦੀ ਕਿਰਪਾ ਸਦਕਾ ਪਰਦਾ ਜਦੋਂ ਹਟ ਗਿਆ ਨਾ, ਪੇਖਿਓ ਲਾਲਨ ਪਾਟ ਬੀਚ ਖੋਏ। ਵਿੱਚੋਂ ਪਰਦਾ ਹਟਾ ਕੇ ਮਾਲਕ ਨੂੰ ਜਦੋਂ ਵੇਖ ਲਿਆ, ਫਿਰ ਕੀ ਬਣਿਆ? ਆਨੰਦ ਚੇਤਾ ਹਰਖੇ ਪਤੀਨ। ਹੁਣ ਚਿੱਤ 'ਚ ਆਨੰਦ ਹੈ, ਹਰਖ ਹੈ, ਕਿਹੜਾ ਹੈ? ਖੁਸ਼ੀ ਹੈ। ਪਰ ਉਹ ਪਰਦਾ ਹਟਦਾ ਕਿਵੇਂ ਹੈ? ਗੁਰੂ ਕਿਰਪਾ ਸਦਕਾ। ਗੁਰੂ ਨੂੰ ਜਦੋਂ ਆਪਾਂ ਆਪਣਾ ਆਪ ਸਮਰਪਿਤ ਕਰਦੇ ਹਾਂ, ਹਉਮੈ ਨੂੰ ਛੱਡਦੇ ਹਾਂ, ਗੁਰੂ ਦੀ ਰਹਿਮਤ ਮਹਿਰਾਮਤ ਵਰਤਦੀ ਹੈ ਤੇ ਫਿਰ ਵਿਚਕਾਰਲੇ ਪਰਦੇ ਹਟ ਜਾਂਦੇ ਨੇ। ਜੋਤੀ ਜੋਤ ਰਲੀ ਤੱਕ ਦੀ ਖੇਡ ਪੂਰੀ ਹੁੰਦੀ ਹੈ। ਐਸਾ ਸਤਿਗੁਰ ਜੇ ਮਿਲੈ, ਤਿਸ ਨੂੰ ਸਿਰ ਸੌਂਪੀਐ, ਵਿੱਚੋਂ ਆਪ ਜਾਏ। ਮਹਾਰਾਜ ਕਹਿੰਦੇ ਪੂਰਾ ਗੁਰੂ ਮਿਲ ਪਵੇ, ਗੁਰੂ ਅੱਗੇ ਆਪਣਾ ਆਪ ਭੇਟ ਕਰੋ, ਫਿਰ ਅੰਦਰ ਤੋਂ ਹਉਮੈ ਮੁੱਕਦੀ ਹੈ। ਤੇ ਜਦੋਂ ਹਉਮੈ ਅੰਦਰ ਤੋਂ ਮੁੱਕ ਗਈ, ਫਿਰ ਜਿਹੜੀ ਦਾਤੇ ਦੀ ਕਲਾ ਵਰਤਦੀ ਹੈ, ਜਿਸ ਦਾ ਜੀਓ ਤਿਸ ਮਿਲ ਰਹਿ, ਹਰ ਵਸੈ ਮਨ ਆਏ। ਜਿਹੜੇ ਵਾਹਿਗੁਰੂ ਦੀ ਅੰਸ਼ ਹੈ ਜੀਓ, ਭਾਵ ਸਾਡੀ ਜਿੰਦ ਆਤਮਾ, ਪਰਮਾਤਮਾ ਦੀ ਅੰਸ਼ ਹੈ ਆਤਮਾ। ਅਚਰਜ ਕਥਾ ਮਹਾ ਅਨੂਪ, ਪਾਰਾਤਮਾ ਪਾਰ ਬ੍ਰਹਮ ਕਾ ਰੂਪ। ਇਹ ਜਿਹੜੀ ਆਤਮਾ ਹੈ ਇਹ ਰੱਬੀ ਜੋਤ ਹੈ, ਸਰੀਰ 'ਚ ਹੈ, ਸਰੀਰ ਜਿਉਂਦਾ ਹੈ। ਜਿਸ ਦਿਨ ਸਰੀਰ 'ਚੋਂ ਜੋਤ ਨਿਕਲ ਜਾਂਦੀ ਹੈ, ਸਰੀਰ ਮੁਰਦਾ ਹੈ। ਇਹ ਜੋਤ ਉਸ ਮਾਲਕ ਦੀ ਜੋਤ ਹੈ ਤੇ ਹਰ ਇੱਕ ਦੇ ਅੰਦਰ ਹੈ। ਇਹ ਬੰਦਾ ਭਾਵੇਂ ਬਾਹਰੋਂ ਪਾਪੀ ਹੈ, ਧਰਮੀ ਹੈ, ਗੱਲ ਵੱਖਰੀ ਹੈ, ਪਰ ਉਹ ਆਤਮਾ ਰੂਪੀ ਜੋਤ ਸਾਰਿਆਂ ਦੇ ਅੰਦਰ ਹੈ, ਜਿਹਨੂੰ ਮਹਾਰਾਜ ਕਹਿੰਦੇ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ। ਮਹਾਰਾਜ ਕਹਿੰਦੇ ਜਿਸ ਦਾ ਜੀਓ ਤਿਸ ਮਿਲ ਰਹਿ। ਜਦੋਂ ਗੁਰੂ ਅੱਗੇ ਬੰਦਾ ਆਪਣਾ ਆਪ ਭੇਟ ਕਰਦਾ ਹੈ, ਗੁਰੂ ਸਾਡੇ ਅੰਦਰ ਦੇ ਹੰਕਾਰ ਨੂੰ ਮੁਕਾ ਦਿੰਦੇ ਹਨ। ਕੱਟੇ ਹਉਮੈ ਰੋਗ, ਗੁਰੂ ਨੇ ਹਉਮੈ ਦਾ ਰੋਗ ਕੱਟ ਦਿੱਤਾ। ਫਿਰ ਇਹ ਕਲਾ ਵਰਤਦੀ ਹੈ, ਜਿਸ ਦਾ ਜੀਓ ਤਿਸ ਮਿਲ ਰਹਿ। ਜਿਸ ਦਾਤੇ ਦੀ ਅੰਸ਼ ਹੈ ਆਤਮਾ, ਉਸ ਦਾਤੇ ਵਿਦਾਤੇ 'ਚ ਆਤਮਾ ਇੱਕ ਮਿਕ ਹੁੰਦੀ ਹੈ। ਹਰ ਵਸੈ ਮਨ ਆਏ, ਮਾਲਕ ਇਹਦੇ ਮਨ 'ਚ ਵਸ ਜਾਂਦਾ ਹੈ, ਇਹ ਮਾਲਕ 'ਚ ਜੁੜ ਜਾਂਦਾ ਹੈ। ਹਰ ਆਪ ਅਮੁੱਲਕ ਹੈ, ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਅਖੀਰ 'ਚ ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਮਾਲਕ ਤਾਂ ਅਮੁੱਲਕ ਹੈ, ਉਹਦਾ ਮੁੱਲ ਕੋਈ ਨਹੀਂ ਪਾਇਆ ਜਾ ਸਕਦਾ। ਭਾਵ ਉਹਨੂੰ ਕਿਸੇ ਮੁੱਲ, ਕਿਸੇ ਕੀਮਤ ਖਰੀਦਿਆ ਨਹੀਂ ਜਾ ਸਕਦਾ।
ਪਰ ਜਿਨ੍ਹਾਂ ਦੇ ਚੰਗੇ ਭਾਗ, ਜਿਨ੍ਹਾਂ ਦੇ ਉੱਤਮ ਭਾਗ, ਸ੍ਰੇਸ਼ਟ ਭਾਗ, ਭਾਗ ਤਿੰਨਾਂ ਕੇ ਨਾਨਕਾ ਜਿਨ ਹਰ ਪੱਲੇ ਪਾਏ। ਜਿਨ੍ਹਾਂ ਦੇ ਚੰਗੇ ਭਾਗ ਉਹਨਾਂ ਨੂੰ ਮਾਲਕ ਮਿਲ ਜਾਂਦਾ ਹੈ। ਜਿਨ੍ਹਾਂ ਨੂੰ ਮਾਲਕ ਮਿਲ ਗਿਆ ਸਮਝੋ ਉਹਨਾਂ ਦੇ ਭਾਗ ਤੇ ਅਤ ਉੱਤਮ ਨੇ, ਅਤ ਸ੍ਰੇਸ਼ਟ ਨੇ। ਤੇ ਉਹ ਮਾਲਕ ਨੂੰ ਪਾਉਣ ਵਾਲੀ ਜਿਹੜੀ ਖੇਡ ਹੈ ਉਹ ਬਣਦੀ ਹੈ ਕੇਵਲ ਗੁਰੂ ਦੇ ਸਹਾਰੇ, ਗੁਰੂ ਦੇ ਰਾਹੀਂ। ਇਸ ਕਰਕੇ ਗੁਰੂ ਨਾਲ ਜੁੜਨਾ ਹੈ, ਗੁਰੂ ਵਾਲੇ ਬਣਨਾ ਹੈ। ਤੇ ਜਿਵੇਂ ਆਪਾਂ ਬਿਲਕੁਲ ਆਰੰਭ 'ਚ ਗੱਲ ਕੀਤੀ ਕਿ ਇਸ ਬਾਣੀ 'ਚ ਗੁਰੂ ਅਮਰਦਾਸ ਸਾਹਿਬ ਵਾਰ-ਵਾਰ ਗੁਰੂ ਦੀ ਜੋ ਮਹਾਨਤਾ ਹੈ ਨਾ, ਸਾਡੇ ਜੀਵਨ ਅੰਦਰ ਜੋ ਜ਼ਰੂਰਤ ਹੈ ਉਹ ਸਾਨੂੰ ਸਮਝਾਉਂਦੇ ਨੇ, ਦ੍ਰਿੜ ਕਰਵਾਉਂਦੇ ਨੇ। ਇਸ ਕਰਕੇ ਸਾਡਾ ਸਭ ਦਾ ਫਰਜ਼ ਬਣਦਾ ਹੈ ਆਪਾਂ ਗੁਰੂ ਵਾਲੇ ਬਣੀਏ। ਤੇ ਗੁਰੂ ਵਾਲੇ ਬਣਨ ਦਾ ਜੋ ਇਹ ਤਰੀਕਾ ਹੈ ਸਾਡੀ ਮਰਿਆਦਾ ਮੁਤਾਬਕ ਉਹ ਹੈ, 5 ਸਿੰਘ ਜੋ ਅੰਮ੍ਰਿਤ ਦੇ ਹੈ ਤਾਕੋ ਸਿਰ ਧਾਰ, ਪੁਨ ਸ਼ਕ ਲੈ ਹੈ ਪਾਂਚੋ ਮਿਲ ਕਰ ਰਹਿਤ, ਜੋ ਭਖ ਹੈ ਤਾਕੋ ਮਨ ਮੈਂ ਦ੍ਰਿੜ ਕਰ ਰੱਖੈ। ਅੰਮ੍ਰਿਤ ਦੀ ਦਾਤ ਲੈ ਕੇ ਸ਼ਬਦ ਗੁਰੂ, ਬਾਣੀ ਗੁਰੂ ਦੇ ਨਾਲ ਜੁੜੀਏ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲੜ ਲੱਗੀਏ ਔਰ ਗੁਰਬਾਣੀ ਨੂੰ ਜੀਵਨ ਦਾ ਆਧਾਰ ਬਣਾ ਕੇ ਜੀਵਨ ਬਤੀਤ ਕਰੀਏ। ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤਿਹ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਤੇ ਪੂਰੇ ਗੁਰੂ ਦੀ ਇਹ ਵਡਿਆਈ ਹੈ ਕਿ ਬਾਹ ਪਕੜ ਸਤਿਗੁਰ ਨਿਸਤਾਰਾ। ਨਾਰਾਇਣ ਨਰ ਪਤ ਨਮਸਕਾਰ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਗੁਰੂ ਮੁਕਤ ਤੇ ਸਾਨੂੰ ਮੁਕਤੀ ਦੀ ਦਾਤ ਬਖਸ਼ਣ ਵਾਲੇ ਨੇ। ਸੋ ਗੁਰੂ ਵਾਲੇ ਬਣ ਕੇ ਅੰਦਰੋਂ ਹਉਮੈ ਹੰਕਾਰ ਛੱਡ ਕੇ ਪਰਮੇਸ਼ਰ ਜੀ ਦੀ, ਵਾਹਿਗੁਰੂ ਜੀ ਦੀ ਅਭੇਦਤਾ ਹਾਸਲ ਕਰੀਏ, ਜੀਵਨ ਸਫਲ ਹੋਏ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਗੁਰੂ ਕੀ ਅਗਾਧ ਬੋਧ ਬਾਣੀ ਦੀ ਵਿਚਾਰ ਕਰਦਿਆਂ ਅਣਜਾਣ ਦਾਸਰੇ ਪਾਸੋਂ ਹੋਈਆਂ ਪੁੱਲਾਂ ਨਾ ਚਤਾਰਨੀਆਂ। ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ।